ਸੰਤ ਸਿਪਾਹੀ ਸੰਤ ਬਾਬਾ ਮੱਘਰ ਸਿੰਘ ਜੀ ਦਾ ਨਾਂ ਲੈਂਦਿਆਂ ਹੀ ਮਨ ਵਿੱਚ ਅਥਾਹ ਸ਼ਰਧਾ ਉਤਪੰਨ ਹੋ ਜਾਂਦੀ ਹੈ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ 34 ਸਾਲ ਗੁਰੂ ਦੇ ਲੇਖੇ ਲਾ ਦਿੱਤੇ ਅਤੇ ਇੰਨੀ ਛੋਟੀ ਉਮਰ ਵਿੱਚ ਉਹ ਪੰਥ ਦੇ ਮਹਾਨ ਕਾਰਜਾਂ ਨੂੰ ਕਰਦੇ ਸਿੱਖੀ ਪ੍ਰਚਾਰ ਵਿੱਚ ਇੱਕ ਬੁਲਾਰੇ, ਵਿਦਵਾਨ, ਕੀਰਤਨ ਦੇ ਧਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੱਚੇ ਸਿੱਖ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਿਆਰ ਸਿੰਘ ਹੋ ਨਿਬੜੇ, ਜਿਨ੍ਹਾਂ ਨੇ ਲੱਖਾਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ। ਸੰਤ ਬਾਬਾ ਮੱਘਰ ਸਿੰਘ ਜੀ ਮਹਾਂਪੁਰਸ਼ਾਂ ਦਾ ਜਨਮ 13 ਦਸੰਬਰ 1890 ਭਾਵ 30 ਮੱਘਰ ਸੰਮਤ 1947 ਨੂੰ ਲੁਧਿਆਣੇ ਜ਼ਿਲ੍ਹੇ ਦੀ ਤਹਿਸੀਲ ਜਗਰਾਓਂ ਦੇ ਲਾਗੇ ਪਿੰਡ ਰਾਮਗੜ੍ਹ ਭੁੱਲਰ ਦੇ ਪਿਤਾ ਜ਼ਿਮੀਂਦਾਰ ਸਰਦਾਰ ਸੋਭਾ ਸਿੰਘ ਦੇ ਘਰ ਮਾਤਾ ਆਨੰਦ ਕੌਰ ਜੀ ਦੇ ਕੁੱਖੋਂ ਹੋਇਆ। ਮੱਘਰ ਮਹੀਨੇ ਜਨਮ ਲੈਣ ਕਰਕੇ ਹੀ ਇਹਨਾਂ ਦਾ ਨਾਂ ਮੱਘਰ ਸਿੰਘ ਰੱਖਿਆ ਗਿਆ। ਇਹਨਾਂ ਦੇ 2 ਭੈਣਾਂ ਸਨ, ਇੱਕ ਵੱਡੀ ਭੈਣ ਜਿਸ ਦਾ ਨਾਂ ਭਾਨ ਕੌਰ ਤੇ ਛੋਟੀ ਭੈਣ ਦਾ ਨਾਮ ਭੋਲੀ ਸੀ, ਜਿਸ ਨੂੰ ਨਿੱਕੋ ਕਹਿ ਕੇ ਵੀ ਬੁਲਾਉਂਦੇ ਸਨ। ਬਾਬਾ ਜੀ ਆਪਣੀ ਵੱਡੀ ਭੈਣ ਭਾਨ ਕੌਰ ਨੂੰ ਬੇਬੇ ਕਹਿ ਕੇ ਬੁਲਾਉਂਦੇ ਸਨ। ਮਾਪਿਆਂ ਤੋਂ ਇਲਾਵਾ ਇਹਨਾਂ ਨੇ ਹੀ ਬਾਬਾ ਮੱਘਰ ਸਿੰਘ ਜੀ ਨੂੰ ਜ਼ਿਆਦਾ ਲਾਡ ਲਡਾਇਆ। ਬੇਬੇ ਭਾਨ ਕੌਰ ਸ਼ੁਰੂ ਤੋਂ ਹੀ ਧਾਰਮਿਕ ਪ੍ਰਵਿਰਤੀ ਵਾਲੇ ਸੰਤ ਮਹਾਂਪੁਰਸ਼ਾਂ ਵਾਂਗ ਜੀਵਨ ਬਤੀਤ ਕਰਨ ਵਾਲੇ ਸਨ। ਇਹਨਾਂ ਦਾ ਵਿਆਹ ਪਿੰਡ ਨਿਸ਼ੇਨੀਵਾਲ ਕਲਾਂ ਵਿਖੇ ਹੋਇਆ ਸੀ। ਇੱਥੇ ਬਾਬਾ ਮੱਘਰ ਸਿੰਘ ਜੀ ਉਹਨਾਂ ਨੂੰ ਮਿਲਣ ਜਾਂਦੇ ਸਨ ਅਤੇ ਪਿੰਡ ਦੇ ਬਾਹਰ ਇਕਾਂਤ ਥਾਂ ਤੇ ਹੀ ਬਿਰਾਜਦੇ ਸਨ, ਜਿੱਥੇ ਹੁਣ ਬਾਬਾ ਜੀ ਦੀ ਯਾਦ ਵਿੱਚ ਸ਼ਾਨਦਾਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਇੱਥੇ ਹੀ ਬਾਬਾ ਜੀ ਨੇ ਇੱਕ ਸ਼ਿਕਾਰੀ ਦਾ ਜੀਵਨ ਉਦੋਂ ਬਦਲ ਦਿੱਤਾ ਸੀ ਜਦੋਂ ਉਹ ਅਤੇ ਉਸਦੇ ਸ਼ਿਕਾਰੀ ਕੁੱਤੇ ਇੱਕ ਸਹੇ ਦਾ ਸ਼ਿਕਾਰ ਕਰਨ ਲਈ ਉਸਦਾ ਪਿੱਛਾ ਕਰ ਰਹੇ ਸਨ ਅਤੇ ਉਹ ਸਾਹਾ ਅੱਗੇ ਭੱਜਦਾ ਆਉਂਦਾ ਆਪਣੀ ਜਾਨ ਬਚਾਉਣ ਲਈ ਉੱਥੇ ਬੈਠੇ ਬਾਬਾ ਮੱਘਰ ਸਿੰਘ ਜੀ ਦੀ ਬੁੱਕਲ ਵਿੱਚ ਵੜ ਜਾਂਦਾ ਹੈ। ਇੱਥੇ ਇਹ ਸਾਖੀ ਵਿੱਚ ਜ਼ਿਕਰ ਆਉਂਦਾ ਹੈ ਕਿ ਜਦ ਸ਼ਿਕਾਰੀ ਨੇ ਆ ਕੇ ਬਾਬਾ ਜੀ ਨੂੰ ਕਿਹਾ ਕਿ ਉਹਨਾਂ ਦਾ ਸ਼ਿਕਾਰ ਉਹਨਾਂ ਦੀ ਬੁੱਕਲ ਵਿੱਚ ਵੜ ਗਿਆ ਹੈ, ਤਾਂ ਬਾਬਾ ਜੀ ਨੇ ਕਿਹਾ, ਨਹੀਂ, ਇੱਥੇ ਤੇਰਾ ਕੋਈ ਸ਼ਿਕਾਰ ਨਹੀਂ। ਤਾਂ ਉਸਨੇ ਕਿਹਾ ਉਸਨੇ ਖੁਦ ਆਪਣੀ ਅੱਖਾਂ ਨਾਲ ਦੇਖਿਆ। ਤਾਂ ਬਾਬਾ ਜੀ ਨੇ ਕਿਹਾ, ਉਹ ਆਪਣੀ ਤਲਾਸ਼ੀ ਦੇ ਸਕਦੇ ਹਨ, ਪਰ ਬਸ਼ਰਤੇ ਇੱਕ ਸ਼ਰਤ ਹੈ, ਜੇਕਰ ਤੇਰਾ ਸ਼ਿਕਾਰ ਸਾਡੀ ਬੁੱਕਲ ਵਿੱਚੋਂ ਨਿਕਲ ਆਇਆ ਤਾਂ ਤੂੰ ਆਪਣਾ ਸ਼ਿਕਾਰ ਲੈ ਸਕਦਾ, ਪਰ ਜੇ ਨਾ ਨਿਕਲਿਆ ਤਾਂ ਤੈਨੂੰ ਅੱਗੋਂ ਤੋਂ ਕਿਸੇ ਵੀ ਰੱਬ ਦੇ ਜੀਵ ਦੀ ਹੱਤਿਆ ਕਰਨੀ ਬੰਦ ਕਰਨੀ ਪਵੇਗੀ। ਸ਼ਿਕਾਰੀ ਨੇ ਸ਼ਰਤ ਮਨਜ਼ੂਰ ਕਰ ਲਈ ਤਾਂ ਬਾਬਾ ਜੀ ਨੇ ਖੜੇ ਹੋ ਕੇ ਆਪਣੀ ਚਾਦਰ ਤੇ ਚੋਲਾ ਝਾੜਿਆ। ਸਾਹਾ ਕਿਧਰੇ ਵੀ ਨਜ਼ਰ ਨਾ ਆਇਆ। ਬਹੁਤ ਇੱਧਰ ਉੱਧਰ ਦੇਖਿਆ। ਸ਼ਿਕਾਰੀ ਨੇ ਆਪਣੇ ਹਥਿਆਰ ਸੁੱਟ ਦਿੱਤੇ ਤੇ ਮੁਆਫੀ ਮੰਗਦੇ ਅੱਗੋਂ ਇਹ ਜੀਵ ਹੱਤਿਆ ਨਾ ਕਰਨ ਦਾ ਵਾਅਦਾ ਕੀਤਾ। ਬਾਬਾ ਮੱਘਰ ਸਿੰਘ ਜੀ ਬਚਪਨ ਤੋਂ ਹੀ ਪ੍ਰਭੂ ਭਗਤੀ ਵਿੱਚ ਰੰਗੇ ਹੋਏ ਸਨ। ਦਾਦਾ ਬਹਾਲ ਸਿੰਘ ਤੋਂ ਗੁਰੂਆਂ ਅਤੇ ਸਿੱਖ ਇਤਿਹਾਸ ਦੀਆਂ ਸਾਖੀਆਂ ਸੁਣਦੇ ਰਹੇ। ਖਾਸ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਇਤਿਹਾਸ ਨੇ ਬਾਬਾ ਮੱਘਰ ਸਿੰਘ ਜੀ ਦੇ ਅਨੁਭੋਲ ਬਚਪਨ ਤੇ ਗਹਿਰੀ ਛਾਪ ਛੱਡੀ। ਪਿੰਡ ਵਿੱਚ ਆਉਂਦੇ ਸਾਧੂ ਸੰਤਾਂ ਦੀ ਉਹ ਸੰਗਤ ਕਰਦੇ ਤੇ ਰੰਗਤ ਚੜ੍ਹਦੀ ਗਈ। ਸੇਵਾ ਵੀ ਕਰਦੇ, ਨਾਮ ਸਿਮਰਨ ਵੀ ਕਰਦੇ। ਉਹਨਾਂ ਨੇ ਗੁਰਬਾਣੀ ਦੀ ਸੰਥਿਆ ਵੀ ਲੈ ਲਈ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਤੇ ਨਿਤਨੇਮ ਦੇ ਧਾਰਨੀ ਬਣੇ। ਜਵਾਨੀ ਵਿੱਚ ਪੈਰ ਧਰਦਿਆਂ ਹੀ ਬਾਬਾ ਜੀ ਦਾ ਵਿਆਹ ਪਿੰਡ ਟੂਸਾ ਵਿਖੇ ਬਿਸ਼ਨ ਕੌਰ ਨਾਲ ਹੋਇਆ, ਪਰ 2 ਸਾਲ ਬਾਅਦ ਹੀ ਮਾਤਾ ਬਿਸ਼ਨ ਕੌਰ ਚੱਲ ਵਸੇ। ਛੇਤੀ ਹੀ ਉਹਨਾਂ ਦਾ ਦੂਜਾ ਵਿਆਹ ਪਿੰਡ ਮੱਲਾ ਦੇ ਭਾਈ ਬੁੱਧ ਸਿੰਘ ਦੀ ਧੀ ਧਨ ਕੌਰ ਨਾਲ ਹੋਇਆ। ਇਸ ਦੌਰਾਨ ਬਾਬਾ ਜੀ ਨੂੰ ਸਫਰਮੈਨਾ ਬ੍ਰਿਟਿਸ਼ ਸਰਕਾਰ ਦੀ ਫੌਜ ਵਿੱਚ ਭਰਤੀ ਕਰਵਾ ਦਿੱਤਾ। ਭਾਵੇਂ ਬਾਬਾ ਜੀ ਦਾ ਇਸ ਪਾਸੇ ਉੱਕਾ ਮਨ ਨਹੀਂ ਸੀ, ਪਰ ਮਾਪਿਆਂ ਦੇ ਹੁਕਮ ਦੀ ਪਾਲਣਾ ਕੀਤੀ। ਬਾਬਾ ਜੀ 6 ਫੁੱਟ 4 ਇੰਚ ਦੇ ਉੱਚੇ ਲੰਬੇ ਗੱਭਰੂ ਅਤੇ ਸਿਹਤ ਪੱਖੋਂ ਮਜ਼ਬੂਤ ਸਨ। ਫੌਜੀ ਅਫਸਰਾਂ ਨੇ ਉਹਨਾਂ ਨੂੰ ਭੱਜ ਕੇ ਲਿਆ। ਇਸ ਦੌਰਾਨ ਦੁਨੀਆ ਦੀ ਜੰਗ ਵਰਲਡ ਵਾਰ ਵਿੱਚ ਆਪਣੀ ਸਿੱਖ ਫੌਜੀਆਂ ਦੀ ਟੁਕੜੀ ਵੀ ਗਈ, ਜਿੱਥੇ ਉਹਨਾਂ ਨੇ ਨਾ ਤਾਂ ਆਪਣੇ ਸਿੱਖ ਧਰਮ ਨਿਤਨੇਮ ਵਿੱਚ ਵਿਘਨ ਪੈਣ ਦਿੱਤਾ ਅਤੇ ਨਾ ਹੀ ਦੁਸ਼ਮਣ ਤੇ ਪਹਿਲਾਂ ਵਾਰ ਕੀਤਾ। ਇੱਥੇ ਦੀਆਂ ਅਨੇਕਾਂ ਸਾਖੀਆਂ ਬਾਬਾ ਜੀ ਦੇ ਜੀਵਨ ਪ੍ਰਤੀ ਚਾਨਣਾ ਪਾਉਂਦੀਆਂ ਹਨ।
ਇੱਕ ਵਾਰ ਉਹਨਾਂ ਦੀ ਪਲਟਨ ਦਾ ਰਾਸ਼ਨ ਮੁੱਕ ਗਿਆ। ਅੰਗਰੇਜ਼ਾਂ ਨੇ ਮੀਟ ਮਾਸ ਭੇਜ ਦਿੱਤਾ। ਬਾਬਾ ਜੀ ਨੇ ਇਹ ਖਾਣ ਤੋਂ ਮਨਾ ਕਰ ਦਿੱਤਾ ਕਿ ਉਹਨਾਂ ਦੇ ਗੁਰੂਆਂ ਦਾ ਆਦੇਸ਼ ਹੈ, ਅੰਨ ਦਾ ਮਾਸ ਖਾਣ ਤੋਂ ਸਿਵਾਏ ਕਿਸੇ ਜੀਵ ਦਾ ਮਾਸ ਨਹੀਂ ਖਾਣਾ। ਉਹਨਾਂ ਕਿਹਾ ਇਹੀ ਖਾਣਾ ਪਵੇਗਾ। ਬਾਬਾ ਜੀ ਤੇ ਸਾਥੀ ਸਿੰਘ ਸਿਪਾਹੀਆਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ, ਜੋ ਲੰਬੀ ਚੱਲੀ ਤੇ ਇੱਕ ਦਿਨ ਕੌਤਕ ਵਰਤਿਆ। ਰਾਸ਼ਨ ਦਾ ਭਰਿਆ ਗੱਡਾ ਪਹੁੰਚ ਗਿਆ। ਸਭ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਅੱਤ ਦੀਆਂ ਠੰਡੀਆਂ ਬਰਫੀਲੀਆਂ ਪਹਾੜੀਆਂ ਵਿੱਚ ਜਦ ਸਰੀਰ ਦਾ ਖੂਨ ਜੰਮ ਜਾਂਦਾ ਹੈ ਤਾਂ ਅਜਿਹੇ ਵਿੱਚ ਬਾਬਾ ਜੀ ਅੰਮ੍ਰਿਤ ਵੇਲੇ ਇਸ਼ਨਾਨ ਜ਼ਰੂਰ ਕਰਦੇ। ਇੱਥੇ ਵੀ ਇੱਕ ਕੌਤਕ ਵਰਤਿਆ। ਸਾਰਾ ਪਾਣੀ ਜੰਮ ਗਿਆ। ਇਸ਼ਨਾਨ ਕਰਨ ਲਈ ਕਿਧਰੇ ਪਾਣੀ ਨਜ਼ਰ ਨਾ ਆਇਆ ਤਾਂ ਬਾਬਾ ਜੀ ਅੱਗੇ ਨਿਕਲ ਗਏ। ਇੱਕ ਜਗ੍ਹਾ ਪਾਣੀ ਮਿਲਿਆ ਤੇ ਇਸ਼ਨਾਨ ਕੀਤਾ। ਸਮਾਂ ਜ਼ਿਆਦਾ ਹੋਣ ਕਰਕੇ ਉੱਥੇ ਹੀ ਨਿਤਨੇਮ ਵਿੱਚ ਬੈਠ ਗਏ। ਪ੍ਰਭੂ ਦੀ ਭਗਤੀ ਵਿੱਚ ਲੀਨ ਹੋ ਗਏ। ਇੱਕ ਤਾਂ ਇਸ਼ਨਾਨ ਕੀਤਾ ਹੋਇਆ ਸੀ, ਦੂਜਾ ਕੜਾਕੇ ਦੀ ਠੰਡ ਵਿੱਚ ਬਾਹਰ ਬੈਠੇ ਹੋਣ ਕਰਕੇ ਜਲਦੀ ਹੀ ਸਰੀਰ ਦੁਆਰੇ ਬਰਫ਼ ਜੰਮ ਗਈ। ਆਤਮਾ ਤਾਂ ਪਹਿਲਾਂ ਹੀ ਪ੍ਰਮਾਤਮਾ ਵਿੱਚ ਲੀਨ ਸੀ ਤੇ ਬਰਫ਼ ਜੰਮਣ ਨਾਲ ਸਰੀਰ ਵੀ ਸੁੰਨ ਹੋ ਗਿਆ। ਸਾਥੀ ਸਿਪਾਹੀ ਲੱਭਦੇ ਆ ਪਹੁੰਚੇ। ਜਦ ਨਜ਼ਾਰਾ ਦੇਖਿਆ ਤਾਂ ਸਭ ਦੇ ਮੂੰਹੋਂ ਇਹ ਨਿਕਲਿਆ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਧੰਨ ਉਹਨਾਂ ਦੇ ਸੱਚੇ ਸੇਵਕ ਸੰਤ ਬਾਬਾ ਮੱਘਰ ਸਿੰਘ ਜੀ। ਉਹਨਾਂ ਨੇ ਜਲਦੀ ਬਰਫ਼ ਹਟਾਈ ਤੇ ਸੁੰਨ ਸਰੀਰ ਨੂੰ ਕੰਬਲ ਵਿੱਚ ਲਪੇਟ ਕੇ ਕੁਆਟਰ ਲੈ ਆਏ। ਹੋਰ ਵੀ ਅਨੇਕਾਂ ਕੌਤਕ ਹਨ। ਉਹਨਾਂ ਦੀ ਗੈਰ ਹਾਜ਼ਰੀ ਵਿੱਚ ਵੀ ਅੰਗਰੇਜ਼ ਅਫਸਰ ਨੂੰ ਉਹ ਡਿਊਟੀ ਤੇ ਹਾਜ਼ਰ ਦਿਸੀ। ਅੰਗਰੇਜ਼ ਅਫਸਰ ਦੇ ਮੂੰਹੋਂ ਇਹ ਸੁਣ ਕੇ ਬਾਬਾ ਜੀ ਦੀ ਪ੍ਰਮਾਤਮਾ ਵਿੱਚ ਹੋਰ ਸ਼ਰਧਾ ਬਣ ਗਈ। ਫਿਰ ਉਹਨਾਂ ਨੇ ਕਿਹਾ, ਹੁਣ ਇਹ ਦੁਨਿਆਵੀ ਨੌਕਰੀ ਨਹੀਂ ਕਰਨੀ, ਸਗੋਂ ਉਸ ਗੁਰੂ ਦੀ ਨੌਕਰੀ ਕਰਨੀ ਹੈ ਜਿਨ੍ਹਾਂ ਨੇ ਉਹਨਾਂ ਦੀ ਹਰ ਸਮੇਂ ਬਾਂਹ ਫੜੀ ਹੈ। ਕੁਝ ਸਮੇਂ ਬਾਅਦ ਬਾਬਾ ਜੀ ਆਪਣਾ ਨਾਂ ਕਟਵਾ ਕੇ ਹਮੇਸ਼ਾ ਲਈ ਪੰਜਾਬ ਆ ਗਏ। ਇੱਥੇ ਆਉਂਦਿਆਂ ਹੀ ਉਹ ਆਪਣੇ ਪਿੰਡ ਰਾਮਗੜ੍ਹ ਨੂੰ ਅਲਵਿਦਾ ਕਹਿ ਕੇ ਸਿੱਖੀ ਪ੍ਰਚਾਰ ਹਿੱਤ ਨਿਕਲ ਪਏ। ਇਸ ਦੌਰਾਨ ਜ਼ਿਆਦਾ ਸਮਾਂ ਉਹਨਾਂ ਨੇ ਪਿੰਡ ਦੇੜਕਾ ਵਿਖੇ ਬਿਤਾਇਆ। ਇੱਥੇ ਉਹਨਾਂ ਨੇ ਪਿੰਡ ਦੇ ਵਿਚਕਾਰ ਇੱਕ ਗੁਰਦੁਆਰਾ ਸਾਹਿਬ ਬਣਵਾਇਆ। ਬਾਬਾ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਦੀ ਬੇਹੱਦ ਸੇਵਾ ਕੀਤੀ। ਗੁਰਦੁਆਰਾ ਟਾਹਲੀਆਣਾ ਸਾਹਿਬ ਦਾ ਗੁਰਦੁਆਰਾ ਵੀ ਬਾਬਾ ਜੀ ਨੇ ਬਣਵਾਇਆ। ਸ੍ਰੀ ਮਹਿਦੀਆਣਾ ਸਾਹਿਬ, ਸ੍ਰੀ ਤਖਤਪੁਰਾ ਸਾਹਿਬ ਦੇ ਸਥਾਨ ਆਦਿ ਪ੍ਰਗਟ ਕਰਨ ਵਿੱਚ ਬਾਬਾ ਜੀ ਦੀ ਮੋਹਰੀ ਭੂਮਿਕਾ ਰਹੀ। ਬਾਬਾ ਜੀ ਵੱਲੋਂ ਕੀਤਾ ਜਾਂਦਾ ਕੀਰਤਨ ਸੰਗਤਾਂ ਦੇ ਮਨ ਤੇ ਗਹਿਰਾ ਅਸਰ ਪਾਉਂਦਾ। ਸਿੱਧੀਆਂ ਧਾਰਨਾ ਰਾਹੀਂ ਉੱਚੀ ਆਵਾਜ਼ ਵਿੱਚ ਖੜ ਕੇ ਜਦੋਂ ਉਹ ਕੀਰਤਨ ਕਰਦੇ ਤਾਂ ਬਿਨਾਂ ਸਪੀਕਰ ਦੋ ਕੋ ਉਹਨਾਂ ਦੀ ਆਵਾਜ਼ ਆਮ ਸੁਣਦੀ ਸੀ। ਬਾਬਾ ਜੀ ਸਿੱਖ ਧਰਮ ਨਾਲ ਸੰਬੰਧਿਤ ਲੱਗੇ ਵੱਖ-ਵੱਖ ਮੋਰਚਿਆਂ ਵਿੱਚ ਜਥਿਆਂ ਸਮੇਤ ਸ਼ਾਮਲ ਹੁੰਦੇ ਰਹੇ। ਜੈਤੋ ਦੇ ਮੋਰਚੇ ਵਿੱਚ ਬਾਬਾ ਜੀ ਨੇ ਵੱਡੀ ਸ਼ਮੂਲੀਅਤ ਕੀਤੀ। ਆਪਣੇ ਸਮਕਾਲੀ ਮਹਾਂਪੁਰਸ਼ਾਂ ਵਿੱਚ ਉਹ ਸਿੱਖੀ ਦੇ ਪ੍ਰਚਾਰ ਹਿੱਤ ਹਮੇਸ਼ਾ ਮੋਹਰੀ ਭੂਮਿਕਾ ਨਿਭਾਉਂਦੇ ਆਏ। ਉਹਨਾਂ ਦਿਨਾਂ ਵਿੱਚ ਗਾਤਰਾ, ਕਿਰਪਾਨ ਆਮ ਹੀ ਪਹਿਰਾਵੇ ਦੇ ਹੇਠਾਂ ਪਹਿਨੀ ਜਾਂਦੀ ਸੀ। ਪਰ ਬਾਬਾ ਮੱਘਰ ਸਿੰਘ ਜੀ ਨੇ ਕਿਹਾ, ਜਦ ਸਾਡੇ ਗੁਰੂ ਨੇ ਸਾਨੂੰ ਇਹ ਦਾਤ ਬਖਸ਼ੀ ਹੈ ਤਾਂ ਇਸ ਨੂੰ ਪਹਿਰਾਵੇ ਦੇ ਹੇਠਾਂ ਕਿਉਂ ਛੁਪਾਉਣਾ, ਪ੍ਰਗਟ ਕਰਕੇ ਰੱਖਣਾ ਹੈ ਤਾਂ ਜੋ ਦੂਰੋਂ ਹੀ ਸਭ ਨੂੰ ਪਤਾ ਲੱਗੇ, ਆਓ ਖੜਾ ਗੁਰੂ ਦਾ ਸਿੰਘ। ਉਹਨਾਂ ਕਿਹਾ ਕਿ ਅਸੀਂ ਕਿਸੇ ਨੂੰ ਡਰਾਉਣ ਵਾਸਤੇ ਦਿਖਾਉਣਾ ਨਹੀਂ ਚਾਹੁੰਦੇ, ਸਗੋਂ ਉਹਨਾਂ ਜ਼ਾਲਮ ਲੋਕਾਂ ਜੋ ਹਮੇਸ਼ਾ ਲੋਕਾਂ ਨੂੰ ਡਰਾਉਂਦੇ ਆਏ ਹਨ, ਉਹਨਾਂ ਨੂੰ ਦੱਸਣਾ ਹੈ ਅਸੀਂ ਗੁਰੂ ਦੇ ਸਿੰਘ ਹਾਂ ਤੇ ਕਿਸੇ ਤੋਂ ਡਰਦੇ ਵੀ ਨਹੀਂ। ਲੋੜ ਪੈਣ ਤੇ ਡਟ ਕੇ ਮੁਕਾਬਲਾ ਕਰਨ ਦੀ ਗੁਰੂ ਨੇ ਸਾਨੂੰ ਤਾਕਤ ਬਖਸ਼ੀ ਹੈ। ਜੋ ਸਾਨੂੰ ਸਿੱਖੀ ਦੀ ਦਾਤ ਮਿਲੀ ਹੈ, ਇਸ ਦੀ ਕੀਮਤ ਬੇਮਿਸਾਲ ਹੈ। ਸਿਰ ਦੇ ਕੇ ਸਿੱਖੀ ਮਿਲੀ ਹੈ। ਪਿੰਡ ਦੇੜਕਾ ਵਿਖੇ ਫਿਰ ਬਾਬਾ ਜੀ ਨੇ ਚੜ੍ਹਦੇ ਪਾਸੇ ਡੇਰਾ ਕੀਤਾ। ਇੱਥੇ ਭਾਈ ਭਗਤ ਸਿੰਘ ਖਹਿਰਾ ਦਾ ਵਾਰ-ਵਾਰ ਕੱਚਾ ਕੋਠਲਾ ਸੀ। ਇੱਥੇ ਬਾਬਾ ਜੀ ਆ ਬਰਾਜੇ। 2 ਦਸੰਬਰ 1924 ਨੂੰ ਬਾਬਾ ਜੀ ਜਦੋਂ ਆਪਣੇ ਸਹੁਰਾ ਪਿੰਡ ਮੱਲਾ ਤੋਂ ਦੇੜਕਾ ਨੂੰ ਆ ਰਹੇ ਸਨ ਤਾਂ ਮੱਲਾ ਤੇ ਦੇੜਕਾ ਦੀ ਜੂਹ ਤੇ ਰੁਕ ਗਏ। ਇੱਥੇ ਉਹਨਾਂ ਨੇ ਮੱਲੇ ਪਿੰਡ ਦੀ ਸੰਗਤ ਨੂੰ ਵਚਨ ਕੀਤਾ, ਹੁਣ ਉਹ ਵਾਪਸ ਚਲੇ ਜਾਣ, ਅੱਗੇ ਸਾਨੂੰ ਦੇੜਕੇ ਦੀ ਸੰਗਤ ਹੀ ਲੈ ਕੇ ਜਾਵੇਗੀ ਅਤੇ 2-4 ਦਿਨ ਬਾਅਦ ਜਿਸਨੇ ਵੀ ਸਾਨੂੰ ਮਿਲਣਾ ਤਾਂ ਉਹ ਸ੍ਰੀ ਟਾਹਲੀਆਣਾ ਸਾਹਿਬ ਆ ਕੇ ਮਿਲ ਲੈਣ। ਦੇੜਕਾ ਦੀ ਸੰਗਤ ਹੱਦ ਤੇ ਪਹਿਲਾਂ ਹੀ ਰਥ ਲੈ ਕੇ ਪਹੁੰਚੀ ਹੋਈ ਸੀ। ਬਾਬਾ ਜੀ ਉਸ ਰਥ ਵਿੱਚ ਸਵਾਰ ਹੋ ਗਏ ਅਤੇ ਸਤਿਨਾਮ ਵਾਹਿਗੁਰੂ ਜਪਦੇ ਸਭ ਦੇੜਕੇ ਪਹੁੰਚੇ। ਇੱਥੇ ਬਾਬਾ ਜੀ ਨੇ ਪਿੰਡ ਦੇੜਕਾ ਦੇ ਹੀ
ਉਹਨਾਂ ਦੇ ਸੰਗੀ ਸਾਥੀ ਸ਼ਹੀਦ ਭਾਈ ਅਰਜਨ ਸਿੰਘ, ਜੋ ਕਿ ਜੈਤੋ ਦੇ ਮੋਰਚੇ ਲਈ ਸੰਤ ਬਾਬਾ ਮੱਘਰ ਸਿੰਘ ਜੀ ਨੇ ਆਪਣੇ 6ਵੇਂ ਜੱਥੇ ਵਿੱਚ ਸੰਤ ਬਾਬਾ ਪ੍ਰੇਮ ਸਿੰਘ ਨਾਲ ਭੇਜਿਆ ਸੀ, ਅਤੇ ਜੋ ਨਾਭੇ ਦੀ ਜੇਲ੍ਹ ਵਿੱਚ ਸ਼ਹੀਦ ਹੋ ਗਏ ਸਨ, ਉਹਨਾਂ ਦੀ ਯਾਦ ਵਿੱਚ ਸ਼ਾਮ 4 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ। ਬਾਬਾ ਜੀ ਨੇ ਇੱਥੇ ਦੁਪਹਿਰ ਸਮੇਂ ਦੀਵਾਨ ਸਜਾਏ ਅਤੇ ਵਿਰਾਗਮਈ ਕੀਰਤਨ ਕੀਤਾ। 3 ਦਸੰਬਰ 1924 ਨੂੰ ਅੰਮ੍ਰਿਤ ਵੇਲੇ ਭਾਈ ਭਗਤ ਸਿੰਘ ਖਹਿਰਾ ਦੇ ਸਪੁੱਤਰ ਕਿਸ਼ਨ ਸਿੰਘ ਖਹਿਰਾ ਨੇ ਬਾਬਾ ਜੀ ਨੂੰ ਕੇਸ਼ੀ ਇਸ਼ਨਾਨ ਕਰਵਾਇਆ। ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ ਬਾਬਾ ਜੀ ਨੇ ਦਿਨ ਚੜੇ ਧੁੱਪੇ ਬੈਠ ਕੇ ਕੇਸ ਖੋਲ ਕੇ ਧੁੱਪ ਲਵਾਈ। ਇੱਥੇ ਬੈਠੇ ਹੀ ਬਾਬਾ ਜੀ ਨੇ ਆਪਣੇ ਪਰਮ ਸੇਵਕ ਭਾਈ ਨੰਦ ਸਿੰਘ ਨੂੰ ਕਿਹਾ, ਅੱਜ ਦਿਨ ਢਲਦੇ ਆਪਾਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਟਾਹਲੀਆਣਾ ਸਾਹਿਬ ਜਾਣਾ ਹੈ। ਜਿਸ ਤੇ ਭਾਈ ਨੰਦ ਸਿੰਘ ਨੇ ਕਿਹਾ, ਬਾਬਾ ਜੀ ਭਲਕੇ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਉਪਰੰਤ ਚਲੇ ਜਾਵਾਂਗੇ। ਪਰ ਬਾਬਾ ਜੀ ਨੇ ਕਿਹਾ, ਭਾਈ ਬਚਨ ਮੰਨਿਆ ਕਰ। ਫਿਰ ਬਾਬਾ ਜੀ ਨੇ ਉਸ ਕੱਚੇ ਕੋਠੜੇ ਅੰਦਰ ਬਿਸਤਰਾ ਲਵਾ ਲਿਆ ਅਤੇ ਉਸਨੂੰ ਕਿਹਾ, ਅਸੀਂ ਆਪਣੀ ਆਤਮਾ ਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜਨਾ ਹੈ। ਬਾਹਰੋਂ ਦਰਵਾਜ਼ਾ ਬੰਦ ਕਰ ਦਿਓ। ਜਿੰਨਾ ਚਿਰ ਅਸੀਂ ਕਹਿੰਦੇ ਨਹੀਂ, ਦਰਵਾਜ਼ਾ ਨਹੀਂ ਖੋਲ੍ਹਣਾ ਅਤੇ ਨਾ ਹੀ ਕਿਸੇ ਨੂੰ ਅੰਦਰ ਆਉਣ ਦੇਣਾ। ਇੰਨੇ ਬਚਨ ਕਰਕੇ ਬਾਬਾ ਜੀ ਅੰਦਰ ਚਲੇ ਗਏ। ਭਾਈ ਨੰਦ ਸਿੰਘ ਨੇ ਬਾਬਾ ਜੀ ਦੇ ਹੁਕਮ ਅਨੁਸਾਰ ਬਾਹਰੋਂ ਦਰਵਾਜ਼ਾ ਬੰਦ ਕਰ ਦਿੱਤਾ। ਇਸ ਮੌਕੇ ਪਿੰਡ ਦੇ ਬਹੁਤ ਸੇਵਾਦਾਰ ਜੋ ਉੱਥੇ ਸਨ ਅਤੇ ਜਿਨ੍ਹਾਂ ਨੇ ਵਚਨ ਵਿਲਾਸ ਸੁਣੇ ਸਨ, ਉਹਨਾਂ ਦੇ ਮਨਾਂ ਵਿੱਚ ਉਦਾਸੀ ਛਾ ਗਈ ਕਿ ਬਾਬਾ ਜੀ ਕੁਝ ਗੁੱਝੇ ਵਚਨ ਕਰ ਰਹੇ ਹਨ, ਜਿਨ੍ਹਾਂ ਦੇ ਅਰਥ ਕੁਝ ਹੋਰ ਹੋ ਸਕਦੇ ਹਨ। ਸ੍ਰੀ ਅਖੰਡ ਪਾਠ ਆਰੰਭ ਹੋਣ ਕਰਕੇ ਇਲਾਕੇ ਦੀ ਸੰਗਤ ਆਉਣ ਲੱਗੀ। ਬਾਬਾ ਜੀ ਦੇ ਵੱਡੇ ਭੈਣ ਬੇਬੇ ਜੀ ਵੀ ਸ਼ੀਨੀਵਾਲ ਤੋਂ ਆਪਣੇ ਪਤੀ ਭਾਈ ਕਾਹਨ ਸਿੰਘ ਜੀ ਨਾਲ ਇੱਥੇ ਆ ਪਹੁੰਚੇ। ਮੱਥਾ ਟੇਕਿਆ, ਪਰ ਆਪਣੇ ਰੱਬ ਵਰਗੇ ਭਰਾ ਦੇ ਦਰਸ਼ਨ ਨਾ ਹੋਏ ਤਾਂ ਉਹਨਾਂ ਭਾਈ ਨੰਦ ਸਿੰਘ ਨੂੰ ਪੁੱਛਿਆ। ਉੱਤਰ ਵਿੱਚ ਉਹਨਾਂ ਨੇ ਬਾਬਾ ਜੀ ਦਾ ਹੁਕਮ ਸੁਣਾ ਦਿੱਤਾ। ਤਾਂ ਭੈਣ ਨੇ ਕਿਹਾ, ਭੈਣ ਭਰਾ ਕੋਈ ਦਰਵਾਜ਼ੇ ਖਿੜਕੀਆਂ ਕੰਧਾਂ ਨਹੀਂ। ਉਹਨਾਂ ਨੇ ਜਾ ਦਰਵਾਜ਼ਾ ਖੋਲ੍ਹਿਆ। ਬਾਬਾ ਮੱਘਰ ਸਿੰਘ ਜੀ ਨਾਮ ਸਿਮਰਨ ਦੀ ਅਵਸਥਾ ਵਿੱਚ ਬਿਸਤਰੇ ਨਾਲ ਢੋਲ ਲਾਈ ਸਮਾਧੀ ਵਿੱਚ ਬੈਠੇ ਨਜ਼ਰੀ ਪਏ। ਉਹਨਾਂ ਨੇ ਆਪਣੇ ਭਰਾ ਨੂੰ ਆਵਾਜ਼ਾਂ ਮਾਰੀਆਂ, ਪਰ ਕੋਈ ਜਵਾਬ ਨਾ ਆਇਆ। ਭਾਵੇਂ ਉਹਨਾਂ ਨੂੰ ਪਤਾ ਸੀ ਕਿ ਬਾਬਾ ਜੀ ਨਾਮ ਸਿਮਰਨ ਦੀ ਸਮਾਧੀ ਵਿੱਚ ਹਨ, ਪਰ ਖੂਨ ਦੇ ਰਿਸ਼ਤੇ ਹੋਣ ਕਰਕੇ ਦਿਲ ਵਿੱਚ ਕਿਧਰੇ ਵਿਛੋੜੇ ਦੀ ਖੋਹ ਪੈਣ ਲੱਗੀ। ਪਿਆਰ ਦੀ ਤੰਦ ਟੁੱਟਦੀ ਦਿਸੀ। ਚਿੱਤ ਤਾਂ ਅੱਜ ਸਵੇਰ ਦਾ ਪਹਿਲਾਂ ਹੀ ਘਰ ਵਿੱਚ ਨਹੀਂ ਸੀ ਲੱਗ ਰਿਹਾ। ਇਸੇ ਕਰਕੇ ਤਾਂ ਉਸਨੇ ਆਪਣੇ ਪਤੀ ਭਾਈ ਕਾਹਨ ਸਿੰਘ ਨੂੰ ਕਿਹਾ ਸੀ, ਛੇਤੀ ਚੱਲੋ, ਬਾਬਾ ਜੀ ਦੇ ਦਰਸ਼ਨਾਂ ਦੀ ਮਨ ਵਿੱਚ ਖੋਹ ਪੈਂਦੀ ਹੈ। ਇਸੇ ਕਰਕੇ ਤਾਂ ਉਸਨੇ ਇੱਥੇ ਪਹੁੰਚ ਕੇ ਭਾਈ ਨੰਦ ਸਿੰਘ ਤੋਂ ਦਰਵਾਜ਼ਾ ਨਾ ਖੋਲ੍ਹਣ ਦਾ ਸੁਣਿਆ ਹੁਕਮ ਵੀ ਰੱਦ ਕਰ ਦਿੱਤਾ ਸੀ ਤੇ ਛੇਤੀ ਦਿਨ ਦਰਵਾਜ਼ਾ ਖੋਲ੍ਹ ਕੇ ਉਹ ਆਪਣੇ ਰੱਬ ਵਰਗੇ ਭਰਾ ਨੂੰ ਗਲੇ ਲਾਉਣ ਦੀ ਤਾਂਘ ਵਿੱਚ ਅੰਦਰ ਚਲੇ ਗਏ ਸਨ। ਪਰ ਅੱਗੋਂ ਬਾਬਾ ਜੀ ਦਾ ਕੋਈ ਜਵਾਬ ਨਾ ਸੁਣ ਕੇ ਉਹਨਾਂ ਦੀ ਬੇਚੈਨੀ ਹੋਰ ਵੱਧ ਗਈ। ਉਹਨਾਂ ਨੇ ਕੋਲ ਜਾ ਕੇ ਬਾਬਾ ਜੀ ਨੂੰ ਹਲਾਉਣਿਆ, ਪਰ ਪੰਜ ਭੂਤਕ ਸਰੀਰ ਵਿੱਚੋਂ ਜੋਤ ਨਿਕਲ ਕੇ ਨਿਰੰਕਾਰ ਦੇ ਦੇਸ਼ ਵਿੱਚ ਆ ਚੁੱਕੀ ਸੀ। ਜੋਤ ਨਾਲ ਜੋਤ ਰਲ ਗਈ ਸੀ। ਭੈਣ ਦੇ ਹਲਾਉਣ ਦੀ ਦੇਰ ਸੀ। ਬਾਬਾ ਜੀ ਆਪਣੀ ਵੱਡੀ ਭੈਣ ਦੀ ਬੁੱਕਲ ਵਿੱਚ ਆ ਸਮਾਏ, ਜਿਵੇਂ ਬਚਪਨ ਵਿੱਚ ਆਪਣੀ ਭੈਣ ਦੀ ਬੁੱਕਲ ਵਿੱਚ ਖੇਡਦੇ ਖੇਡਦੇ ਅਕਸਰ ਸੌਂ ਜਾਂਦੇ ਸਨ। ਇਹ ਦੇਖ ਭੈਣ ਦੀ ਧਾਰ ਨਿਕਲ ਗਈ, ਜਿਸ ਨੂੰ ਸੁਣ ਕੇ ਪਹਿਲਾਂ ਹੀ ਬਾਹਰ ਖੜੇ ਭਾਈ ਨੰਦ ਸਿੰਘ, ਭਾਈ ਕਾਹਨ ਸਿੰਘ ਅਤੇ ਪਿੰਡ ਦੇ ਹੋਰ ਸੰਗੀ ਭੱਜ ਕੇ ਦਰਵਾਜ਼ੇ ਵਿੱਚ ਆਏ। ਅੰਦਰ ਦਾ ਮਾਹੌਲ ਦੇ ਸਭ ਦੀਆਂ ਅੱਖਾਂ ਵਿੱਚ ਵਿਯੋਗ ਦੇ ਨੀਰ ਚੱਲ ਪਏ। ਬਾਬਾ ਜੀ ਵਿਛੋੜਾ ਦੇ ਗਏ ਹਨ। ਜਿਉਂ-ਜਿਉਂ ਖਬਰ ਫੈਲਦੀ ਗਈ, ਸੰਗਤਾਂ ਦਰਸ਼ਨਾਂ ਨੂੰ ਪਹੁੰਚਣੀਆਂ ਸ਼ੁਰੂ ਹੋ ਗਈਆਂ। ਮੱਲੇ ਦੀ ਸੰਗਤ ਵੀ ਬਾਬਾ ਜੀ ਦਾ ਨੇਮ ਤੋੜ ਕੇ ਵੱਡੀ ਗਿਣਤੀ ਵਿੱਚ ਪਹੁੰਚੀਆਂ। ਨੰਬਰਦਾਰ ਦੇਵਾ ਸਿੰਘ ਸਿੱਧੂ ਨੇ ਜਲਦੀ ਹੀ ਪਲੰਘ ਤਿਆਰ ਕਰਵਾਇਆ ਤੇ ਦੀਵਾਨ ਤਿਆਰ ਹੋ ਗਿਆ। ਸਿੱਖ ਧਰਮ ਅਨੁਸਾਰ ਆਖਰੀ ਰਸਮਾਂ ਕਰਨ ਤੋਂ ਬਾਅਦ ਬਾਬਾ ਜੀ ਦੇ ਪੰਜ ਭੂਤਕ ਸਰੀਰ ਨੂੰ ਉਸ ਤੇ ਸ਼ਰਧਾ ਭਾਵਨਾ ਨਾਲ ਸਜਾਇਆ। ਇਸ ਮੌਕੇ ਡੇਢਕਾ ਦੀ ਸੰਗਤ ਨੇ ਪਹਿਲਾਂ ਹੀ ਸਾਰੀਆਂ ਸੰਗਤਾਂ ਨੂੰ ਬਾਬਾ ਮੱਘਰ ਸਿੰਘ ਜੀ ਦਾ ਹੁਕਮ ਸੁਣਾ ਦਿੱਤਾ ਸੀ ਕਿ ਬਾਬਾ ਜੀ ਦੀ ਦਿਲੀ ਇੱਛਾ ਸੀ ਕਿ ਸ੍ਰੀ ਟਾਹਲੀਆਣਾ ਸਾਹਿਬ ਅੱਜ ਜਾਣਾ ਹੈ। ਉਹਨਾਂ ਨੂੰ ਸਿਰਫ ਡੇਢਕੇ ਦੀ ਸੰਗਤ ਹੀ ਲੈ ਕੇ ਜਾਵੇਗੀ। ਉਸ ਅਨੁਸਾਰ ਕੋਈ ਵੀ ਬਾਹਰੀ ਪਿੰਡ ਦਾ ਸੰਗੀ ਮੋਢਾ ਦੇਣ ਦੀ ਕੋਸ਼ਿਸ਼ ਨਾ ਕਰੇ।
ਦਿੜਕੇ ਦੇ ਸੇਵਾਦਾਰਾਂ ਨੇ ਹੀ ਬਾਬਾ ਜੀ ਦੇ ਵਿਵਾਨ ਨੂੰ ਮੋਢਾ ਦਿੱਤਾ ਅਤੇ ਵਾਰੀ-ਵਾਰੀ ਬਦਲ ਕੇ ਸੇਵਾਦਾਰ ਸ੍ਰੀ ਟਾਹਲੀਆਣ ਸਾਹਿਬ ਪੁੱਜੇ। ਸਾਰੀ ਰਾਤ ਵੈਰਾਗਮਈ ਕੀਰਤਨ ਹੁੰਦਾ ਰਿਹਾ। ਜਿੱਥੇ-ਜਿੱਥੇ ਵੀ ਸੰਗਤ ਨੂੰ ਪਤਾ ਲੱਗਦਾ ਗਿਆ, ਸੰਗਤ ਬਾਬਾ ਜੀ ਦੇ ਦਰਸ਼ਨਾਂ ਨੂੰ ਪਹੁੰਚਣ ਲੱਗੀ। ਬਾਬਾ ਜੀ ਦੀ ਜਨਮ ਭੂਮੀ ਪਿੰਡ ਰਾਮਗੜ੍ਹ ਤੋਂ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ। 4 ਦਸੰਬਰ 1924 ਨੂੰ ਸੰਤ ਬਾਬਾ ਮੱਘਰ ਸਿੰਘ ਜੀ ਦੇ ਪੰਜ ਭੂਤਕ ਸਰੀਰ ਨੂੰ ਉੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਪੁੱਜੀਆਂ ਸੰਗਤਾਂ ਦੇ ਵਿਰਾਗ ਦੇ ਹੜ ਦੌਰਾਨ ਅਗਨ ਭੇਟ ਕੀਤਾ ਗਿਆ ਅਤੇ ਵਿਰਾਗਮਈ ਸ਼ਬਦ ਪੜ੍ਹੇ ਗਏ। ਇਸ ਮੌਕੇ ਅਨੇਕਾਂ ਮਹਾਂਪੁਰਸ਼ ਪੰਥ ਦੀਆਂ ਮਹਾਨ ਹਸਤੀਆਂ ਵੀ ਪੁੱਜੀਆਂ। ਬਾਬਾ ਮੱਘਰ ਸਿੰਘ ਜੀ ਦਾ ਜਨਮ ਮੱਘਰ ਮਹੀਨੇ ਹੋਇਆ। ਉਹਨਾਂ ਦਾ ਨਾਂ ਵੀ ਮੱਘਰ ਸਿੰਘ ਰੱਖਿਆ ਗਿਆ ਅਤੇ ਉਹਨਾਂ ਦਾ ਅਕਾਲ ਚਲਾਣਾ ਵੀ ਮੱਘਰ ਮਹੀਨੇ ਹੀ ਹੋਇਆ। ਅੱਜ ਉਹਨਾਂ ਦੇ ਅਕਾਲ ਚਲਾਣੇ ਨੂੰ 100 ਸਾਲ ਹੋ ਗਏ ਹਨ, ਪਰ ਉਹਨਾਂ ਦੀਆਂ ਪਿਆਰੀਆਂ ਨਿੱਘੀਆਂ ਯਾਦਾਂ ਹੋਰ ਵੀ ਨਿਖਰ ਕੇ ਸਾਹਮਣੇ ਆ ਰਹੀਆਂ ਹਨ। ਪਿੰਡ ਦੇੜਕਾ ਵਿਖੇ ਉਹਨਾਂ ਦੇ ਤਪ ਸਥਾਨ ਗੁਰਦੁਆਰਾ ਸਾਹਿਬ ਵਿਖੇ 100 ਸਾਲਾ ਵਾਰਸੀ ਸਮਾਗਮ ਨੂੰ ਚੜ੍ਹਦੀਆਂ ਕਲਾਂ ਵਿੱਚ ਨਗਰ ਦੀਆਂ ਸਮੂਹ ਸੰਗਤਾਂ ਵੱਲੋਂ ਇਸ ਵਾਰ ਪਹਿਲਾਂ ਨਾਲੋਂ ਵੀ ਹੋਰ ਸ਼ਿੱਦਤ, ਸ਼ਰਧਾ, ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਹਨਾਂ ਸਮਾਗਮਾਂ ਵਿੱਚ ਦੇਸ਼ ਵਿਦੇਸ਼ ਤੋਂ ਪਹੁੰਚ ਰਹੀਆਂ ਸੰਗਤਾਂ ਨੂੰ ਮੈਂ ਦਿਲ ਤੋਂ ਜੀ ਆਇਆਂ ਆਖਦਾ ਹਾਂ ਅਤੇ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।